ਸਵਾਗਤ ਹੈ ਤੁਹਾਡਾ ਤੇ ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸੁੱਖਾ ਖੇੜੀਵਾਲਾ। ਅੱਜ ਦੀ ਘਟਨਾ ਦੀ ਜੇਕਰ ਗੱਲ ਕਰੀਏ ਤਾਂ ਰਾਕੇਸ਼ ਡਕੈਤ ਤੇ ਜਿਹੜੀ ਗੋਲੀ ਚੱਲੀ ਆ, ਹਮਲਾ ਹੋਇਆ, ਕਾਰ ਤੇ ਹਮਲਾ ਹੋਇਆ, ਜਿਸ ਦੀ ਨਿਖੇਧੀ ਜਿਹੜੀ ਹੈਗੀ ਆ ਹੁਣ ਚਾਰੋਂ ਤਰਫੋਂ ਹੋਣ ਲੱਗੀ ਹੈ। ਇਲਜ਼ਾਮ ਵੀ ਲੱਗੇ ਨੇ ਤੇ ਇਸ ਨੂੰ ਲੈ ਕੇ ਸਿੰਘੂ ਬਾਰਡਰ ਤੇ ਬੈਠੇ ਕਿਸਾਨ ਆਗੂ ਨੇ ਮਨਜੀਤ ਜੀ ਉਹ ਹੈਗੇ ਨੇ ਤੇ ਕੋਈ ਖਿਡਾਰੀ ਨੇ ਜਿਹੜੇ ਇੱਥੇ ਲਗਾਤਾਰ ਇਸ ਕਿਸਾਨੀ ਅੰਦੋਲਨ ਦਾ ਹਿੱਸਾ ਰਹੇ ਨੇ, ਕਿਸਾਨੀ ਅੰਦੋਲਨ ਨੂੰ ਅੱਗੇ ਵਧਾਉਣ ਦੇ ਵਿੱਚ ਸਹਾਈ ਹੋਏ ਨੇ। ਤੇ ਸਾਡੇ ਨਾਲ ਇੱਥੇ ਲੋਕ ਮੌਜੂਦ ਨੇ, ਬਜ਼ੁਰਗ ਮੌਜੂਦ ਨੇ। ਇਸ ਘਟਨਾ ਨੂੰ ਲੈ ਕੇ ਖੁੱਲੇ ਤੌਰ ਤੇ ਚਰਚਾ ਕਰਾਂਗੇ। ਨਾਲ ਹੀ ਚਰਚਾ ਕਰਾਂਗੇ ਉਸ ਵਿਸ਼ੇ ਦੀ ਜਿਹੜੀ ਕੇਂਦਰ ਸਰਕਾਰ ਨੇ ਇੱਕ ਚਿੱਠੀ ਲਿਖੀ ਆ, ਜਿਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਮਜ਼ਦੂਰੀ ਕਰਵਾਉਣ ਵਾਲੇ ਮਜ਼ਦੂਰਾਂ ਨੂੰ ਨਸ਼ਾ ਦੇ ਕੇ ਉਹਨਾਂ ਨੂੰ ਆਦੀ ਕੀਤਾ ਜਾ ਰਿਹਾ, ਮਜ਼ਦੂਰੀ ਘੱਟ ਦਿੱਤੀ ਜਾ ਰਹੀ ਆ। ਪਹਿਲਾਂ ਤਾਂ ਸਵਾਗਤ ਹੈ ਮਨਜੀਤ ਜੀ ਤੁਹਾਡਾ। ਬਹੁਤ ਬਹੁਤ ਸਵਾਗਤ ਜੀ, ਡੇਲੀ ਪੋਸਟ ਦਾ ਤੁਹਾਡਾ ਸਵਾਗਤ ਕਰਦੇ ਹਾਂ ਜੀ। ਮਨਜੀਤ ਜੀ ਪਹਿਲਾਂ ਤਾਂ ਗੱਲ ਕਰਾਂਗੇ ਇਸ ਘਟਨਾ ਦੀ। ਇਹ ਕੀ ਲੱਗਦਾ ਜਿਹੜੀ ਪੂਰੀ ਘਟਨਾ ਹੋਈ ਆ, ਹਮਲੇ ਦੀ, ਟਕੈਤ ਸਾਹਿਬ ਤੇ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਇਹਦੀ ਪਹਿਲਾਂ ਤਾਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਮੈਂ ਕਹਾਂਗਾ ਕਿ ਇੱਕ ਸਾਜ਼ਿਸ਼ ਹੈ, केंद्र सरकार की ये साजिश है। और क्योंकि राजस्थान भी बीजेपी की सरकार है, ये कह दो कि जिदा आका ने हुक्म किया उदा उत्थे दी सरकार जी लोकल स्टेट की करवा रही है। ये गुंडागर्दी है, लोकतंत्र का कहान है बिल्कुल। और ये मैं कहना चाहना तुहाडे माध्यम राही भी किसान इस तरह डरन वाले नहीं। जे टकैत जी ते हमला किया तो पूरे भारत का किसान टकैत जी दे नाल खड़ा है दीवार बन के, और इहदा खमियाजा किते ना किते बीजेपी नूं और बीजेपी की सरकार नूं भुगतना पेगा। ਮਨੀਸ਼ ਜੀ ਕੀ ਵਜ੍ਹਾ ਕੀ ਆ ਅਜੇ ਹਮਲੇ ਕਰਕੇ? ਕੀ ਸਾਬਿਤ ਕਰਨਾ ਚਾਹੁੰਦੇ ਨੇ ਉਹ ਲੋਕ ਜਿਹੜੇ ਵੀ ਨੇ, ਤੇ ਕਿਹੜੇ ਲੋਕ ਲੱਗਦਾ ਤੁਹਾਨੂੰ ਜਿਹੜੇ ਹਮਲਾ ਕਰਨ ਵਾਲੇ? दरअसल उन्होंने ये हुण भै हो गया कि आगू जिहड़े ने ये बाहरलियां स्टेटां जा रहे ने, साडी राजनीतिक जमीन जिहड़ी सातों खुस जाएगी बाकी स्टेटां चों भी। और बड़ा मॉब उत्थे बहुत लोग इकट्ठे हुंदे ने, किसानां दी गल सुणदे ने, हमदर्दी है। ये अंदोलन जन अंदोलन बन रहा पूरे भारत का। सो इस करके उन्होंने ये भै बना दईए भी जिहड़े आगू आ ये ਸਿੰਘੂ बार्डर जां टिकरी बार्डर जां गाजीपुर बार्डर छड्ड के बाहरलियां स्टेटां नूं ना जाण, इदां दा भै बना दईए। पर किसान डरने वाला नहीं, जिहड़ा हर वेले सप्पां दीयां सिरियां ते पैर रख के रात नूं काम करदा है, मौत दे नाल रोज़ खेडदा है, ਉਹਨੂੰ ਇਹ ਕਿਵੇਂ ਡਰਾ ਲੈਣਗੇ? ਸੋ ਇਹ ਬਿਲਕੁਲ ਸਰਕਾਰ ਦੀ ਗਲਤਫਹਿਮੀ ਹੈ, ਇਹ ਦੂਰ ਹੋ ਜਾਏਗੀ। ਪਰ ਮੈਂ ਇੱਕ ਗੱਲ ਕਹਾਂਗਾ, ਇਹ ਜਿਹੜਾ ਲੋਕਤੰਤਰ ਦਾ ਘਾਣ ਹੁਣ ਸਰਕਾਰ ਕਰ ਰਹੀ ਹੈ, ਜੇਕਰ ਕੱਲ ਨੂੰ ਕਿਸਾਨਾਂ 'ਚ ਰੋਜ਼ ਜਾਗਦਾ ਹੈ, ਕਿਤੇ ਬੀਜੇਪੀ ਉੱਪਰ ਫੁੱਟਦਾ ਹੈ ਗੁੱਸਾ, ਤਾਂ ਉਹਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੀ ਔਰ ਬੀਜੇਪੀ ਪਾਰਟੀ ਦੀ ਹੋਏਗੀ, ਜਿਹੜੀ ਇਦਾਂ ਦੀਆਂ ਹਰਕਤਾਂ ਤੇ ਆ ਗਈ ਆ, ਗੁੰਡਾਗਰਦੀ ਤੇ ਆ ਗਈ ਹੈ। ਮਨੀਸ਼ ਜੀ ਇੱਕ ਜਦ ਕੋਈ ਕ੍ਰਾਈਮ ਹੁੰਦਾ, ਕੋਈ ਜੁਰਮ ਹੁੰਦਾ ਤਾਂ ਲੱਗਦਾ ਕਿ ਪੁਲਿਸ ਫੌਰੀ ਤੌਰ ਤੇ ਉਹਦੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲੈਂਦੀ ਆ। ਇਸ ਨਜ਼ਰੀਏ ਨੂੰ ਕਿਵੇਂ ਦੇਖਦੇ ਹੋ ਕਿ ਲੱਗਦਾ ਕਿ ਪੁਲਿਸ ਜਲਦੀ ਆਪਣੀ ਜਿਹੜੀ ਤਫਤੀਸ਼ ਕਰਕੇ ਆਰੋਪੀਆਂ ਤੱਕ ਪਹੁੰਚੇਗੀ, ਗ੍ਰਿਫਤਾਰ ਕਰੇਗੀ, ਜਾਂ ਫਿਰ ਕਿੱਦਾਂ? ਉਹ ਕਰ ਲੈਣਗੇ ਐਜ਼ ਏ ਫਾਰਮੈਲਿਟੀ ਲਈ। ਪਰ ਉਹ ਮੈਂ ਗੱਲ ਕਹਾਂਗਾ, ਇਹ ਸਰਕਾਰ ਜਿਹੜੀ ਆ ਪਹਿਲਾਂ ਤਾਂ ਬੜਾ ਉਹ ਜਿਸ ਦਿਨ ਆ ਪੰਜਾਬ 'ਚ ਹੋਇਆ ਮਲੋੜ ਦੇ ਵਿੱਚ, ਤੇ ਬੜਾ ਇਹਨਾਂ ਨੇ ਸ਼ੋਰ ਮਚਾਇਆ ਕਿ ਲੋਕਤੰਤਰ ਦਾ ਘਾਣ ਹੈ ਜੀ, ਉੱਥੇ ਕਾਂਗਰਸ ਦੀ ਸਰਕਾਰ ਜਾਣਬੁੱਝ ਕੇ ਕਰਵਾ ਰਹੀ ਹੈ। ਹੁਣ ਤਾਂ ਬੀਜੇਪੀ ਦੀ ਸਰਕਾਰ ਰਾਜਸਥਾਨ 'ਚ ਕਿਸਾਨ ਤੇ ਹਮਲਾ ਹੋਇਆ, ਤੇ ਹੁਣ ਕਿਹਨੇ ਕਰਵਾਇਆ? ਹੁਣ ਲੋਕਤੰਤਰ ਕਿੱਥੇ ਹੈ? ਹੁਣ ਲੋਕਤੰਤਰ ਦਾ ਇਹ ਨਹੀਂ ਛਿੱਕੇ ਤੇ ਟੰਗ ਦਿੱਤਾ। ਇਹ ਜਿਹੜੀ ਸਰਕਾਰ ਹੈ ਇਹ ਬੜੀ ਜਿਹੜੀ ਆ ਕਹਿ ਦਿਓ ਝੂਠੀ ਸਰਕਾਰ ਹੈ, ਫਿਰਕੂਪ੍ਰਸਤ ਸਰਕਾਰ ਹੈ, ਦੋਗਲਾ ਚਿਹਰਾ ਹੈ। ਕਹਿਣਾ ਕੁਛ ਤੇ ਕਰਨਾ ਕੁਛ, ਉਹ ਨੀਤੀ ਦੇ ਤਹਿਤ ਚੱਲਦੇ ਨੇ। ਪਰ ਇਹ ਕਿਸਾਨ ਇਦਾਂ ਡਰਨਗੇ ਨਹੀਂ, ਇਹ ਡਰਾਉਣਾ ਚਾਹੁੰਦੇ ਨੇ। ਮੈਂ ਹੁਣ ਕਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਕਿਸਾਨ ਸਗੋਂ ਹੋਰ ਜ਼ਿਆਦਾ ਸਟੇਟਾਂ ਜਾਣਗੇ, ਇਹਨਾਂ ਦੀ ਮਿੱਟੀ ਪਲੀਤ ਕਰਕੇ ਹਟਾਂਗੇ। ਜਦੋਂ ਕੋਈ ਵਿਧਾਇਕ ਦਾ ਘਿਰਾਓ ਹੁੰਦਾ, ਉਹਨਾਂ ਨੂੰ ਰੋਕਿਆ ਜਾਂਦਾ ਜਾਂ ਫਿਰ ਕਦੇ ਕੁੱਟਮਾਰ ਹੋ ਜਾਂਦੀ ਹੈ, ਤਾਂ ਉਹਨੂੰ ਲੈ ਕੇ ਉਹਦਾ ਕਾਫੀ ਰੋਸ਼ ਜਿਹੜਾ ਹੈਗਾ ਜਿਤਾਇਆ ਜਾਂਦਾ। ਦਿੱਲੀ ਮੰਤਰੀਆਂ ਤੱਕ ਵੀ ਇਹ ਗੱਲ ਪਹੁੰਚਦੀ ਆ ਕਿ ਅਜਿਹਾ ਹੋਇਆ। ਪਰ ਅੱਜ ਦੀ ਘਟਨਾ ਗੋਲੀ ਚਲਾਣੀ ਇੱਕ, ਤੇ ਲੱਗਦਾ ਕਿ ਵੱਡੀ ਘਟਨਾ ਇਹ ਨਿੰਦਣਯੋਗ ਹੈ। ਬਿਲਕੁਲ ਜੀ, ਇਹਦੀ ਮੈਂ ਤਾਂ ਪਹਿਲਾਂ ਕਿਹਾ ਵੀ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਆ, ਨਿੰਦਣੀय ਗੱਲ ਹੈ। ਔਰ ਦੇਖੋ ਤੁਸੀਂ ਵੀ ਅੱਜ ਤੱਕ ਕਿਸਾਨਾਂ ਨੇ ਇੱਕ ਪੱਤਾ ਵੀ ਨਹੀਂ ਤੋੜਿਆ। ਔਰ ਉਹ ਵੀ ਜਿਹੜਾ ਉੱਥੇ ਕਿਤੇ ਹੋਏ ਸੀਗੇ, ਕੱਪੜੇ ਪਾੜੇ ਗਏ ਸੀ ਐਮਐਲਏ ਦੇ, ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਦੀ ਨਿੰਦਾ ਕੀਤੀ, ਬੇਸ਼ੱਕ ਸਾਡੇ ਕਿਸਾਨਾਂ ਨੇ ਕੀਤਾ ਸੀ। ਪਰ ਮੈਂ ਕਹਾਂਗਾ ਕਿਤੇ ਨਾ ਕਿਤੇ ਉਹ ਜੋ ਕੁਝ ਹੋਇਆ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ। ਉਹ ਜਿਹੜਾ ਗੁੱਸਾ ਕਿਸਾਨਾਂ ਦੇ ਵਿੱਚ ਆ, ਹੁਣ ਆ ਜਿਹੜੀ ਗੋਲੀ ਚੱਲੀ ਇਹਦੇ ਨਾਲ ਹੋਰ ਗੁੱਸਾ ਵਧੇਗਾ। ਤੇ ਇਹਦਾ ਮਤਲਬ ਚਾਹੁੰਦੇ ਕੀ ਨੇ? ਇਹਦਾ ਮਤਲਬ ਇਹ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ, ਇਹ ਕੋਈ ਦੰਗੇ ਕਰਾਉਣੇ ਚਾਹੁੰਦੇ ਨੇ। ਇਹ ਬਿਲਕੁਲ ਜਿਹੜੀ ਦੋਗਲੀ ਨੀਤੀ ਹੈ, ਇਹ ਬੀਜੇਪੀ ਸਰਕਾਰ ਨੂੰ, ਕੇਂਦਰ ਦੀ ਸਰਕਾਰ ਨੂੰ ਇਹ ਛੱਡ ਦੇਣੀ ਚਾਹੀਦੀ ਆ, ਬੀਜੇਪੀ ਪਾਰਟੀ ਨੂੰ ਛੱਡ ਦੇਣੀ ਚਾਹੀਦੀ ਆ। ਮੈਂ ਤਾਂ ਇਹ ਕਹਾਂਗਾ ਕਿ ਲੋਕਲ ਬੀਜੇਪੀ ਦੇ ਆਗੂਆਂ ਨੂੰ ਕਿਸਾਨਾਂ ਨਾਲ ਆ ਕੇ ਖੜ ਜਾਣਾ ਚਾਹੀਦਾ ਅਸਤੀਫੇ ਦੇ ਕੇ, ਤਾਂ ਕਿ ਇਹ ਪਤਾ ਲੱਗੇ ਕਿ ਸਾਡਾ ਜਿਹੜਾ ਇੱਕ ਸਾਂਝ ਹੈ, ਪਿਆਰ ਹੈ, ਉਹ ਬਣਿਆ ਰਵੇ। ਪਰ ਇਹ ਸਰਕਾਰ ਜਿਹੜੀ ਆ ਕੁਝੀਆਂ ਹਰਕਤਾਂ ਤੋਂ ਬਾਜ ਆ ਜਾਏ। ਮਨਜੀਤ ਜੀ ਇਸ ਘਟਨਾ ਨੂੰ ਕੋਈ ਸਾਜ਼ਿਸ਼ ਤਾਂ ਨਹੀਂ ਮੰਨਦੇ? ਕਿਉਂਕਿ ਕਿਤੇ ਇਹ ਹੋਵੇ ਕਿ ਸ਼ਾਇਦ ਅਜਿਹਾ ਕਰਨ ਦੇ ਨਾਲ ਕਿਸਾਨ ਜਿਹੜੇ ਹੈਗੇ ਆ ਉਹ ਭੜਕ ਜਾਣ ਜਾਂ ਰੋਹ ਦੇ ਵਿੱਚ ਆ ਜਾਣ ਤੇ ਕੁਝ ਅਜਿਹਾ ਹੋ ਜਾਵੇ। ਲੱਗਦਾ ਕੋਈ ਸਾਜ਼ਿਸ਼ ਅਧੀਨ ਆ ਜਾਂ? ਬਿਲਕੁਲ ਸਾਜ਼ਿਸ਼ ਹੈ, ਆਕਰੋਸ਼ ਲਿਆਉਣ ਦੀ ਹੈ। ਮੈਂ ਹੁਣੇ ਆ ਰਿਹਾ ਸੀ, ਕੁਝ ਨੌਜਵਾਨ ਕਹਿੰਦੇ ਅਸੀਂ ਚੱਲ ਕੇ KMP ਬੰਦ ਕਰਨਾ ਹੈ। ਅਸੀਂ ਵੇਖੋ ਨਾ, ਇਹ ਇੱਕ ਤਰ੍ਹਾਂ ਦਾ ਨੌਜਵਾਨਾਂ ਨੂੰ ਆਕਰੋਸ਼ ਲਿਆਉਣ ਲਈ, ਗੁੱਸੇ 'ਚ ਲਿਆਉਣ ਲਈ ਇਹ ਸਾਜ਼ਿਸ਼ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਸਟੈਪ ਇੱਦਾਂ ਦਾ ਚੱਕਣ ਤਾਂ ਆਪਾਂ ਅੰਦੋਲਨ ਨੂੰ ਖਿਲਾਰੀਏ। ਪਰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਇੱਦਾਂ ਇਹ ਅੰਦੋਲਨ ਨਾ ਕਮਜ਼ੋਰ ਪੈਣੇ ਵਾਲਾ,
ਨਾ ਪਿੱਛੇ ਹਟਣੇ ਵਾਲਾ, ਔਰ ਇਹ ਅੰਦੋਲਨ ਜਿਹੜਾ ਅੱਗੇ ਵਧੇਗਾ ਹੋਰ, ਔਰ ਇਹ ਗੁੱਸੇ ਦਾ ਜਿਹੜਾ ਸਾਹਮਣਾ ਬੀਜੇਪੀ ਨੂੰ ਕਰਨਾ ਪਏਗਾ, ਬੀਜੇਪੀ ਦੇ ਨੁਮਾਇੰਦਿਆਂ ਨੂੰ ਕਰਨਾ ਪਏਗਾ। ਇਸ ਕਰਕੇ ਕੇਂਦਰ ਸਰਕਾਰ ਨੂੰ ਸਖਤ ਸ਼ਬਦਾਂ 'ਚ ਤਾੜਨਾ ਕਰਦੇ ਆ ਕਿ ਇਦਾਂ ਦੀਆਂ ਹਰਕਤਾਂ ਤੋਂ ਬਾਜ ਆ ਜਾਓ, ਔਰ ਜਿੱਥੇ ਜਿੱਥੇ ਤੁਹਾਡੀਆਂ ਸਰਕਾਰਾਂ ਉੱਥੇ ਹੁਣ ਲੋਕਤੰਤਰ ਦਾ ਘਾਣ ਨਹੀਂ ਹੋਣਾ ਚਾਹੀਦਾ। ਤੁਸੀਂ ਬੜੀ ਦੁਹਾਈ ਕਰਦੇ ਆ ਲੋਕਤੰਤਰ ਦੀ ਤੇ ਇਹ ਪ੍ਰਜਾਤੰਤਰ ਦੀ, ਸੋ ਇਹਦੇ ਵਿੱਚ ਇਹ ਘਾਣ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਆਪ ਕਦਮ ਚੁੱਕਣਾ ਚਾਹੀਦਾ। ਇਹ ਤਿੰਨੋਂ ਕਾਨੂੰਨ ਰੱਦ ਕਰਕੇ ਐਮਐਸਪੀ ਤੇ ਖਰੀਦ ਗਰੰਟੀ ਬਣਾ ਕੇ ਇਹਨਾਂ ਨੂੰ ਕਿਸਾਨਾਂ ਨੂੰ ਘਰੇ ਭੇਜਣਾ ਚਾਹੀਦਾ, ਤਾਂ ਕਿ ਇਹ ਸਾਰਾ ਹੀ ਅੰਦੋਲਨ ਸ਼ਾਂਤ ਹੋਵੇ। ਹਮਲੇ ਨੂੰ ਵੇਖਦੇ ਹੋਏ ਜਿੱਦਾਂ ਹੋਰ ਕਈ ਜਿਹੜੇ ਲੋਕ ਨੇ ਸਮਾਜ ਸੇਵੀ ਜਾਂ ਕੋਈ ਅਜਿਹੇ ਲੋਕ ਹੁੰਦੇ ਨੇ ਜਿਹੜੇ ਸਿਕਿਉਰਿਟੀ ਦੀ ਮੰਗ ਕਰਨ ਲੱਗ ਜਾਂਦੇ ਨੇ, ਕਈ ਤਾਂ ਅਜਿਹੇ ਹੁੰਦੇ ਨੇ ਹਮਲੇ ਵੀ ਆਪ ਕਰਵਾਉਂਦੇ ਨੇ, ਕਿ ਲੱਗਦਾ ਕਿ ਇੱਥੇ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਆ ਜੇਕਰ ਤੁਸੀਂ ਚਾਹੋ ਤਾਂ? ਮੈਂ ਇੱਕ ਗੱਲ ਕਹਾਂ, ਇਹ ਤਾਂ ਹੁਣ ਟਕੈਤ ਜੀ ਕਹਿਣਗੇ, ਉਹ ਦੱਸਣਗੇ, ਪਰ ਮੈਂ ਸਮਝਦਾ ਵੀ ਅਸੀਂ ਤਾਂ ਖੁਦ ਸਿਕਿਉਰਿਟੀ ਹਾਂ ਕਿਸਾਨ, ਸਾਨੂੰ ਐਡੀ ਸਿਕਿਉਰਿਟੀ ਦੀ ਲੋੜ ਨਹੀਂ। ਜੇ ਅਸੀਂ ਕਹਿ ਦਿਓ ਪੰਜਾਬੀ 'ਚ, ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਆਪਣੀ ਆਈ ਤੇ ਆ ਜਾਈਏ ਤਾਂ ਫਿਰ ਇਹਨਾਂ ਦੀ ਸਿਕਿਉਰਿਟੀ ਜਿਹੜੀ ਉਹਨੂੰ ਵੀ ਮੋਹਰੇ ਪੜਨੇ ਪਾ ਦਿਆਂਗੇ। ਅਸੀਂ ਹਜੇ ਇੱਧਰ ਨੂੰ ਤੁਰੇ ਨਹੀਂ, ਅਸੀਂ ਚਾਹੁੰਦੇ ਹਾਂ ਸਾਡਾ 8-9 ਮਹੀਨੇ ਤੋਂ ਅੰਦੋਲਨ ਸ਼ਾਂਤੀਪੂਰਵਕ ਚੱਲ ਰਿਹਾ, ਇੱਕ ਪੱਤਾ ਵੀ ਨਹੀਂ ਤੋੜਿਆ ਕਿਸਾਨਾਂ ਨੇ। ਇਹ ਜੇਕਰ ਲੋਕਤੰਤਰ ਦਾ ਘਾਣ ਕਰਨਗੇ ਤਾਂ ਫਿਰ ਇਦਾਂ ਦਾ ਹਾਲਾਤ ਜਿੱਦਾਂ ਦੇ ਪੈਦਾ ਕਰਨਗੇ, ਉਹ ਹਾਲਾਤ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਹੋਏਗੀ। ਬਿਲਕੁਲ ਇਹ ਸਖਤ ਸ਼ਬਦਾਂ 'ਚ ਬਾਰ-ਬਾਰ ਮੈਂ ਕਹਿੰਦਾ ਕਿ ਇਹ ਲੋਕਤੰਤਰ ਨੂੰ ਬਣਿਆ ਰੱਖਣ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਦਾਂ ਦੇ ਕਦਮ ਚੁੱਕੇ ਔਰ ਅੱਗੇ ਹੋ ਕੇ ਇਹਨਾਂ ਗੱਲਾਂ ਨੂੰ ਰੋਕੇ। ਮਨਜੀਤ ਜੀ, ਕਿਸਾਨ ਅੰਦੋਲਨ ਤੇ ਬੈਠੇ ਨੇ, ਧਰਨੇ ਤੇ ਚੱਲ ਰਿਹਾ ਲਗਾਤਾਰ, ਉਸ ਗੱਲ ਤੇ ਸਰਕਾਰ ਆਉਣ ਦੀ ਬਜਾਏ ਚਿੱਠੀਆਂ ਲਿਖ ਰਹੇ ਨੇ ਕਿ ਜਿਹੜੇ ਕਿਸਾਨ ਨੇ ਪੰਜਾਬ ਦੇ, ਉਹ ਮਜ਼ਦੂਰਾਂ ਨੂੰ ਨਸ਼ੇ ਦਾ ਆਦੀ ਕਰਕੇ ਉਹਨਾਂ ਨੂੰ ਘੱਟ ਮਜ਼ਦੂਰੀ ਦਿੰਦੇ। ਅਜਿਹਾ ਮਾਮਲਾ ਆ, ਕੀ ਲੱਗਦਾ ਜੇ ਉਹ ਉਹਨਾਂ ਗੱਲ ਕਹੀ ਆ, ਕਿਸ ਆਧਾਰ ਤੇ ਗੱਲ ਕਹੀ ਆ, ਕੋਈ ਤੱਥ ਕੀ ਨੇ, ਕੀ ਲੱਗਦਾ ਵਾਕਈ ਸੱਚ ਗੱਲ ਕਹੀ ਆ? ਇਹ ਵਿਖਾਣ ਵੀ ਕਿਸੇ ਨੇ ਕੋਈ ਕੰਪਲੇਂਟ ਪਾਈ ਹੈ ਕਿਸੇ ਮਜ਼ਦੂਰ ਨੇ, ਵੀ ਦੱਸੋ ਵੀ ਇਹ ਕਿੱਥੋਂ ਗੱਲ ਆਈ ਹੈ। ਤਾਂ ਸਿਰਫ ਸਰਕਾਰ ਨਵੀਆਂ ਕੋਝੀਆਂ ਚਾਲਾਂ, ਅੰਦੋਲਨ ਨੂੰ ਹੋਰ ਕਮਜ਼ੋਰ ਨਹੀਂ ਹੋ ਰਿਹਾ, ਪੰਜਾਬ ਨੂੰ ਬਦਨਾਮ ਕਰਨ ਦੀਆਂ ਚਾਲਾਂ। ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਜੀ, ਮੇਰੇ ਕੋਲ ਇੱਕ ਬਿਹਾਰ ਦਾ ਲੜਕਾ ਕੰਮ ਕਰਦਾ ਹੈ, ਪਰਿਵਾਰ ਸਹਿਤ ਰਹਿੰਦਾ ਸੀ, ਉਹ ਲਾਕਡਾਊਨ 'ਚ ਚਲਾ ਗਿਆ, ਉੱਥੇ ਹਰਿਦੁਆਰ ਕੰਮ ਕਰਨ ਚਲਾ ਗਿਆ ਠੇਕੇਦਾਰ ਕੋਲ, ਔਰ ਜਦੋਂ ਉੱਥੇ ਕੰਮ ਕਰਨ ਗਿਆ ਤਾਂ ਉਹ ਠੇਕੇਦਾਰ ਕੋਲੋਂ ਪੂਰੇ ਪੈਸੇ ਨਹੀਂ ਮਿਲੇ। ਉਹਨੇ ਫਿਰ ਮੈਨੂੰ ਕਾਲ ਕੀਤੀ ਕਿ ਵੀਰ ਜੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ। ਜਿਹੜੇ ਬਿਹਾਰ ਦੇ, ਯੂਪੀ ਦੇ, ਮੈਂ ਕਹਿੰਦਾ ਖਾਸ ਕਰ ਆ ਕਾਨੂੰਨਾਂ ਦੀ ਗੱਲ ਲੈ ਲਈਏ, ਇਹਦੇ ਤਹਿਤ ਵੀ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਹ ਆ ਕੇ ਪੰਜਾਬ ਕਨੀ ਆ ਕੇ ਉਹ ਆਪਣੀ ਜਿਹੜੀ ਮਜ਼ਦੂਰੀ ਕਰਦੇ ਨੇ, ਆਪਣੇ ਪਰਿਵਾਰ ਚਲਾਉਂਦੇ ਨੇ। ਪੰਜਾਬ ਨਾਲ ਇੱਕ ਸਾਂਝ ਹੈ ਉਹਨਾਂ ਦੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਦਾਂ ਦੀ ਸਾਂਝ ਹੈ। ਇਹ ਤਾਂ ਵਾਹਿਆਤ ਗੱਲਾਂ ਕਰਦੇ ਨੇ ਬੀਜੇਪੀ ਵਾਲੇ। ਜਿਹੜੇ ਸਾਡੇ ਗੰਨਾ ਚਲਾਈ ਦੇ ਠੇਕੇਦਾਰ ਆਉਂਦੇ ਨੇ, ਅਸੀਂ ਬਿਹਾਰ ਜਾਂਦੇ, ਉਹਨਾਂ ਦੀਆਂ ਬੇਟੀਆਂ ਦੇ ਵਿਆਹ ਉੱਥੇ ਜਾ ਕੇ, ਮੈਂ ਬਿਹਾਰ ਜਾ ਕੇ ਆਇਆ 2015 'ਚ, ਮੇਰੇ ਠੇਕੇਦਾਰ ਦੀ ਬੇਟੀ ਦਾ ਵਿਆਹ ਸੀ। ਸੋ ਇਦਾਂ ਦੀ ਸਾਂਝ ਬਣੀ ਹੋਈ ਸਾਡੀ ਉਹਨਾਂ ਦੇ ਨਾਲ। ਤੇ ਕਿਵੇਂ ਨਸ਼ੇ ਦੀ ਗੱਲ ਇੱਕ ਸਾਬਤ ਕਰਨ, ਅੱਗੇ ਵੀ ਨਹੀਂ ਪੰਜਾਬ ਨੂੰ ਬਦਨਾਮ ਕੀਤਾ, ਪੰਜਾਬ 'ਚ ਜੀ 70% ਨਸ਼ੇੜੀ ਹੋ ਗਏ, ਇਹ ਹੋ ਗਿਆ, ਉਹ ਹੋ ਗਿਆ। ਨੌਜਵਾਨਾਂ ਨੇ ਦੱਸਤਾ ਆਪਣਾ ਰੰਗ ਕਿ ਸਾਡੇ ਖੂਨ ਦਾ ਰੰਗ ਹੀ ਨਹੀਂ, ਕਹਤਾ ਹੀ ਪੰਜਾਬ ਦਾ ਖੂਨ ਚਿੱਟਾ ਹੋ ਗਿਆ। ਨੌਜਵਾਨਾਂ ਨੇ ਦੱਸਤਾ ਵੀ ਸਾਡੇ ਖੂਨ ਦਾ ਰੰਗ ਲਾਲ ਹੈ, ਆ ਗਏ ਨਾ ਬਾਰਡਰ ਤੋੜਦੇ, ਸਾਂਭ ਨਹੀਂ ਨਾ ਗਏ। ਤੇ ਮੈਂ ਗੱਲ ਕਵਾਂ, ਇਹ ਬਿਲਕੁਲ ਜਿਹੜੀ ਵਾਹਿਆਤ ਗੱਲ ਹੈ। ਕਿਤੇ ਵੀ ਇੱਕ ਕੰਪਲੇਂਟ, ਕਿਤੇ ਵੀ ਕਿਸੇ ਮਜ਼ਦੂਰ ਦੇ ਪੱਖੋਂ ਇਹ ਸੁਣਵਾ ਦੇਣ, ਦੱਸ ਦੇਣ ਵੀ ਕੋਈ ਇਦਾਂ ਦੀ ਗੱਲ ਆਈ ਹੈ ਕਿਤੇ ਵੀ ਭਾਈ ਇਹ ਮਜ਼ਦੂਰਾਂ ਨੂੰ ਨਸ਼ਾ ਕਰਾਉਂਦੇ ਨੇ। ਹਾਂ, ਇਹ ਮੈਂ ਕਹਾਂਗਾ ਕਿ ਜਿਹੜੇ ਨੌਜਵਾਨ ਪਿੱਛੇ ਤੋਂ ਬਚਪਨ ਤੋਂ, ਕਿਉਂਕਿ ਜ਼ਿਆਦਾਤਰ ਜਿਹੜੀ ਤਮਾਕੂ ਜ਼ਰਦੇ ਵਾਲੀ ਗੱਲ ਸੀਗੀ, ਇਹ ਸਾਡੇ ਆਮ ਗੱਲ ਸੀ ਵੀ ਜਿਹੜੇ ਨੌਜਵਾਨ ਬਿਹਾਰ ਯੂਪੀ ਤੋਂ ਆਉਂਦੇ ਨੇ ਉਹ ਇਹ ਨਸ਼ਾ ਕਰਨ ਦੇ ਸ਼ੁਰੂ ਤੋਂ ਆਦੀ ਹੁੰਦੇ ਨੇ। ਪਰ ਮੈਂ ਗੱਲ ਕਹਾਂ, ਪੰਜਾਬ ਜਾ ਕੇ ਤਾਂ ਉਹ ਵੀ ਕਈਆਂ ਨੇ ਛੱਡਤੇ, ਕਈਆਂ ਨੇ ਤਾਂ ਮੈਂ ਦੱਸਾਂਗਾ ਪਰਿਵਾਰ ਸਿੱਖੀ ਸਰੂਪ 'ਚ ਆ ਗਏ ਤੇ ਉਹ ਨਸ਼ਾ ਛੱਡ ਗਏ। ਇਹ ਤਾਂ ਪੰਜਾਬ ਤਾਂ ਨਸ਼ਾ ਛਡਾਉਂਦਾ ਹੈ। ਇਹ ਗੱਲਾਂ ਕੋਝੀਆਂ ਕਰਦੀ ਹੈ ਬੀਜੇਪੀ ਸਰਕਾਰ, ਇਹਨਾਂ ਨੂੰ ਹੋਰ ਕੋਈ ਨਹੀਂ ਹੁਣ ਲੱਭ ਰਿਹਾ। ਸਾਰੇ ਹੱਥਕੰਡੇ ਅਪਣਾ ਲਏ ਪੰਜਾਬ ਨੂੰ ਬਦਨਾਮ ਕਰਨ ਲਈ, ਅੰਦੋਲਨ ਨੂੰ ਬਦਨਾਮ ਕਰਨ ਲਈ, ਅੰਦੋਲਨ ਨੂੰ ਕਮਜ਼ੋਰ ਕਰਨ ਲਈ। ਹੁਣ ਕੋਈ ਨਹੀਂ ਲੱਭਿਆ, ਨਵੀਂ ਚਿੱਠੀ ਪਾਤੀ। ਸੋ ਇਹ ਚਿੱਠੀਆਂ ਪਾਉਂਦੇ ਨੇ। ਪਹਿਲਾਂ ਇੱਕ ਚਿੱਠੀ ਪਾਈ ਪਿਊਸ਼ ਗੋਇਲ ਜੀ ਨੇ ਤੇ ਕੈਪਟਨ ਸਾਹਿਬ ਨੂੰ, ਉਹ ਜਿਹੜਾ FCI ਦਾ ਵਾਲਾ ਮੁੱਦਾ ਸੀਗਾ ਵੀ ਤੁਸੀਂ ਆਪਣੀਆਂ ਫਰਦਾਂ ਜਮ੍ਹਾਂਬੰਦੀਆਂ ਜਮ੍ਹਾਂ ਕਰਾਓ, ਜਿਹਦੀ ਜਿੰਨੀ ਜ਼ਮੀਨ ਆ ਉਹ ਖਰੀਦਾਂਗੇ, ਉਹ ਤੇ ਲੈਟਰ ਕੱਢਤੀ ਹੁਣ ਵੀ ਤੁਸੀਂ, ਪੰਜਾਬ ਨੇ ਉਹ ਅਡਾਪਟ ਨਹੀਂ ਕੀਤੀ ਉਹ ਚਿੱਠੀ, ਤੇ ਤੁਸੀਂ ਹੁਣ ਇਹ ਜਿਹੜੀ ਆ ਹੋਰ ਕੋਈ ਰਿਆਇਤਾਂ ਜਿਹੜੀਆਂ ਉਹ ਪੰਜਾਬ ਨੂੰ ਦੇਣੀਆਂ ਬੰਦ ਹੋ ਜਾਣਗੀਆਂ, ਧਮਕੀਆਂ ਦਿੰਦੇ। ਬਿਲਕੁਲ, ਸ਼ਾਇਦ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਮਜ਼ਦੂਰ ਏਕਤਾ ਦੇ ਜਿਹੜੇ ਨਾਅਰੇ ਨੇ ਉਹ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਲੱਗਦੇ ਰਹੇ ਨੇ। ਮਜ਼ਦੂਰਾਂ ਨੂੰ ਕਿਵੇਂ ਵੱਖ ਕਰ ਦੇਣਗੇ? ਕਿਸਾਨ ਮਜ਼ਦੂਰ ਆੜਤੀਆ ਇੱਕ ਰਿਸ਼ਤਾ ਆ ਜੋ ਹਮੇਸ਼ਾ ਬਣਿਆ ਰਹੇਗਾ, ਜੋ ਕਿ ਕਦੇ ਨਹੀਂ ਟੁੱਟੇਗਾ, ਕਿਉਂਕਿ ਕਿਸਾਨਾਂ ਦਾ ਇਹ ਸਾਰਾ ਜੋ ਚੱਕਰ ਹੈ ਇਹ ਇਹਨਾਂ ਦੇ ਇਰਦ ਗਿਰਦ ਹੀ ਰਹਿੰਦਾ। ਚਲੋ ਗੱਲਬਾਤ ਕਰ ਲੈਣੇ ਕਬੱਡੀ ਦੇ ਖਿਡਾਰੀ ਨੇ ਟੋਨੀ ਜੀ। ਟੋਨੀ ਜੀ, ਪਹਿਲਾਂ ਤਾਂ ਆਪਾਂ ਟਿਕੈਤ ਸਾਹਿਬ ਦੀ ਗੱਲ ਕਰ ਲੈਣੇ, ਹਮਲਾ ਕੀਤਾ ਗਿਆ, ਕੀ ਲੱਗਦਾ ਕਿ ਅਜਿਹੇ ਹਮਲੇ ਦੇ ਨਾਲ ਉਹ ਟਿਕੈਤ ਸਾਹਿਬ ਨੇ ਕਿ ਆਮ ਬੰਦੇ ਵੀ ਡਰ ਜਾਣਗੇ? ਲੱਗਦਾ ਕਿ ਗੋਲੀ ਇਦਾਂ ਦੇ ਹਮਲਿਆਂ ਦੇ ਨਾਲ? ਪਹਿਲੀ ਗੱਲ ਤਾਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿੰਨੀ ਇਹਦੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਆ। ਦੂਜੀ ਗੱਲ ਇਹ ਆ, ਇਹ ਕੋਈ ਪਹਿਲੀ ਵਾਰੀ ਨਹੀਂ ਇਹਨਾਂ ਨੇ ਕੀਤਾ। ਜਦੋਂ ਸਿੰਘੂ ਬਾਰਡਰ ਤੇ ਇਹਨਾਂ ਨੇ ਆਪਣੇ ਬੰਦੇ ਭੇਜੇ, ਹਮਲਾ ਕੀਤਾ ਟੈਂਟਾਂ ਦੇ ਉੱਤੇ ਆ ਕੇ, ਉਹ ਤਾਂ ਸਾਡੇ ਬੰਦਿਆਂ ਦੇ ਸਮਝ ਲਓ ਵੀ ਸਹਿਣ ਸ਼ਕਤੀ ਉਨੀ ਸੀ ਜਾਂ ਇੱਕ
ਅੰਦੋਲਨ ਨੂੰ ਸ਼ਾਂਤਮਈ ਰੱਖਣਾ ਸੀ, ਕੋਈ ਉਹਦਾ ਰਿਐਕਸ਼ਨ ਨਹੀਂ ਹੋਇਆ। ਨਹੀਂ ਤਾਂ ਇਹਨਾਂ ਨੇ ਉਸ ਜਗ੍ਹਾ ਵੀ ਦੰਗੇ ਭੜਕਾਉਣ ਦੀ ਕੋਈ ਕਮੀ ਛੱਡੀ ਨਹੀਂ। ਦੂਜੇ ਨੰਬਰ ਉੱਪਰ ਇਹਨਾਂ ਨੇ ਕੰਧਾਂ ਕਰਤੀਆਂ। ਇੱਕ ਤਰ੍ਹਾਂ ਇਹ ਦਿਖਾਇਆ ਵੀ ਅਲੱਗ ਹੀ ਹੈ, ਇਹ ਸਾਡੇ ਕੋਲ ਐਂਟਰੀ ਨਹੀਂ ਕਰ ਸਕਦੇ, ਇਸ ਦੇਸ਼ ਦੇ ਵਾਸੀ ਨਹੀਂ ਹੈਗੇ। ਜੋ ਕੰਮ ਇਹ ਬਾਰਡਰਾਂ ਤੇ ਨਹੀਂ ਕਰ ਸਕੇ, ਇਸ ਸਿੰਘੂ ਬਾਰਡਰ ਤੇ ਇਹਨਾਂ ਨੇ ਕਰਤਾ। ਬਾਰਡਰ ਤਾਂ ਸਾਡੇ ਚੀਨ ਮੱਲ ਰਿਹਾ ਰੋਜ਼ ਆ ਕੇ, ਉੱਥੇ ਨਹੀਂ ਸਾਡੇ ਕੋਲ ਕੋਈ ਸੇਫਟੀ ਹੁੰਦੀ, ਪਰ ਆਪਣੇ ਨਾਗਰਿਕਾਂ ਨੂੰ ਰੋਕਣੇ ਅਸੀਂ ਕੰਧਾਂ ਕਰਤੇ, ਕਿੱਲ ਕਰਤੇ। ਤੇ ਅੱਜ ਜਿਹੜਾ ਇਹ ਕੰਮ ਹੋਇਆ, ਇਹਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਆ। ਪਰ ਇੰਨੀ ਜ਼ਰੂਰ ਗੱਲ ਆ, ਇਹ ਸਾਡੇ ਸਬਰ ਨੂੰ ਪਰਖ ਰਿਹਾ। ਤੇ ਸਾਡਾ ਜਿਹੜਾ ਇਤਿਹਾਸ ਆ, ਇਹ ਹਮੇਸ਼ਾ ਹੀ ਜਿਹੜਾ ਇੱਦਾਂ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੰਦਾ ਰਿਹਾ ਤੇ ਦੇਵਾਂਗੇ। ਤੇ ਇੰਨੀ ਜ਼ਰੂਰ ਆ ਵੀ ਅਸੀਂ ਆਪਣਾ ਜਿਹੜਾ ਸਾਡਾ ਸ਼ਾਂਤਮਈ ਅੰਦੋਲਨ ਹੈ, ਇਹ ਭੰਗ ਨਹੀਂ ਹੋਊਗਾ। ਇਹਨਾਂ ਦੀਆਂ ਕੁਝੀਆਂ ਸਾਜ਼ਿਸ਼ਾਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਜਾਂ ਅੰਦੋਲਨਕਾਰੀ ਜਿੰਨੇ ਵੀ ਬੈਠੇ ਆ, ਅਸੀਂ ਇਹ ਤੋਂ ਭਲੀ ਭਾਂਤੀ ਜਾਣੂ ਆ। ਤੇ ਜਿੱਦਾਂ ਪ੍ਰਧਾਨ ਜੀ ਨੇ ਆਖਿਆ, ਇਹਨਾਂ ਦੀ ਬੋਲੀ ਵਿੱਚ ਜਵਾਬ ਦਿੱਤਾ ਜਾਊਗਾ, ਕਿਉਂਕਿ ਇਹ ਹੜਬੜਾਹਟ ਵਿੱਚ ਆ ਕਿ ਕਿਸਾਨ ਨੇਤਾ ਸਾਰੇ ਦੇਸ਼ ਵਿੱਚ ਜਾਣ ਲੱਗ ਪਏ। ਅੰਦੋਲਨ ਹੁਣ ਇਕੱਲਾ ਕਿਸਾਨ ਅੰਦੋਲਨ ਨਹੀਂ ਆਪਾਂ ਇਹਨੂੰ ਕਹਿ ਸਕਦੇ, ਇਹ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ। ਉਹਦੀ ਕਿਤੇ ਨਾ ਕਿਤੇ ਇਹਨਾਂ ਨੂੰ ਟੀਸ ਆ, ਕਿਤੇ ਨਾ ਕਿਸੇ ਬਹਾਨੇ ਇਹ ਡੀਮੋਰਲਾਈਜ਼ ਕਰਨਾ ਚਾਹੁੰਦੇ ਆ ਸਾਡੇ ਕਿਸਾਨ ਲੀਡਰਾਂ ਨੂੰ। ਇਹ ਇਕੱਲਾ ਰਾਕੇਸ਼ ਟਕੈਤ ਜੀ ਤੇ ਹਮਲਾ ਨਹੀਂ ਹੋਇਆ, ਸਾਰੇ ਦੇਸ਼ ਦੇ ਕਿਸਾਨ ਤੇ ਹਮਲਾ ਹੋਇਆ ਜੀ। ਫਿਲਹਾਲ ਚਲੋ ਦੂਸਰੀ ਗੱਲ ਕਰ ਲੈਂਦੇ ਆ। ਤੁਸੀਂ ਖਿਡਾਰੀ ਹੋ, ਕਬੱਡੀ ਦੇ ਪਲੇਅਰ ਹੋ, ਨਸ਼ੇ ਦੀ ਗੱਲ ਆਉਂਦੀ ਹੈ। ਪਹਿਲਾਂ ਵੀ ਨੌਜਵਾਨਾਂ ਨੂੰ, ਪੰਜਾਬ ਨੂੰ ਨਸ਼ੇ ਦੇ ਨਾਂ ਤੇ ਬਦਨਾਮ ਕੀਤਾ ਗਿਆ, ਪਰ ਨੌਜਵਾਨਾਂ ਨੇ ਦਿਖਾਤਾ ਕਿ ਬਾਰਡਰਾਂ ਤੇ ਵੀ ਕਬੱਡੀ ਕੱਪ ਹੁੰਦੇ ਨੇ, ਬਾਰਡਰਾਂ ਤੇ ਵੀ ਖੇਡ ਮੇਲੇ ਹੁੰਦੇ ਨੇ। ਪਰ ਲੱਗਦਾ ਕਿ ਮਜ਼ਦੂਰਾਂ ਨੂੰ ਜੋ ਗੱਲ ਕਹੀ ਗਈ ਹੈ ਕੇਂਦਰ ਵੱਲੋਂ ਵੀ ਨਸ਼ੇ ਤੇ ਲਾਇਆ ਜਾਂਦਾ, ਨਸ਼ੇ ਤੇ ਆਦੀ ਕੀਤਾ ਜਾਂਦਾ, ਸੱਚਾ ਜਾਂ ਵਾਕਈ ਇਹ ਹੈ? ਤੁਸੀਂ ਇਸ ਗੱਲ ਨੂੰ ਦੇਖੋ ਵੀ ਸ਼ਰਾਬ ਦੀ ਬੋਤਲ ਉੱਤੇ ਲਿਖਿਆ ਹੁੰਦਾ ਵੀ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਤੇ ਉਹ ਸਰਕਾਰ ਪਿਆ ਰਹੀ ਹੈ। ਠੀਕ ਹੈ, ਪੰਜਾਬ ਦੇ ਬਾਰੇ ਇਹ ਗੱਲ ਕਿੱਦਾਂ ਕਹਿ ਸਕਦੇ? ਇਹਨਾਂ ਕੋਲ ਕੀ ਪ੍ਰਮਾਣ ਹੈ ਵੀ ਪੰਜਾਬ ਨਸ਼ਾ ਪ੍ਰਮੋਟ ਕਰ ਰਿਹਾ? ਪੰਜਾਬ ਜਿਹੜਾ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਕਰਦਾ, ਹਰ ਥਾਂ ਸਾਡੇ ਖਿਡਾਰੀ ਜਿਹੜਾ ਵਰਗ ਆ, ਨੌਜਵਾਨ ਜਿੰਨੇ ਆ, ਦੇਸ਼ ਲਈ ਕਿੰਨੀ ਘਾਲਣਾ ਘਾਲੀ ਆ, ਉਸ ਪੰਜਾਬ ਨੂੰ ਇਹ ਕਿੱਦਾਂ ਬਦਨਾਮ ਕਰ ਸਕਦੇ ਆ? ਪੰਜਾਬ ਦਾ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ, ਇਸ ਤਾਂ ਨਸ਼ਾ ਰਹਿਤ ਕਰਨ ਵਾਲੇ ਪਾਸੇ ਵੱਲ ਜਾ ਰਹੇ। ਇੱਕ ਖਿਡਾਰੀ ਹੋਣ ਦੇ ਨਾਤੇ ਜਾਂ ਖੇਡ ਸੰਸਥਾ ਚਲਾਉਣ ਦੇ ਨਾਤੇ ਸਾਡਾ ਪਹਿਲੇ ਦਿਨ ਤੋਂ ਹੀ ਫਰਜ਼ ਇਹ ਹੁੰਦਾ ਵੀ ਆਪਾਂ ਨਸ਼ਾ ਜਿਹੜਾ ਐਲੀਮੀਨੇਟ ਕਰਦੇ ਸੋਸਾਇਟੀ ਦੇ ਵਿੱਚੋਂ, ਇਕੱਲਾ ਖੇਡ ਵਿੱਚੋਂ ਨਹੀਂ, ਪੂਰੀ ਸੋਸਾਇਟੀ ਦੇ ਵਿੱਚੋਂ ਛੋਟੇ ਛੋਟੇ ਬੱਚੇ ਲੈ ਕੇ ਫੜਦੇ ਆ। ਤੇ ਜਿਹੜੇ ਉਹ ਸੰਗਤ ਉਹਨਾਂ ਬੰਦਿਆਂ ਦੀ ਕਰਨਗੇ, ਉਹ ਬੰਦੇ ਕਿੱਦਾਂ ਨਸ਼ਾ ਕਰ ਸਕਦੇ ਆ? ਇਹ ਸਾਡਾ ਜਿਹੜਾ ਸਾਰੇ ਦੇਸ਼ ਦੀ ਇੱਕ ਤਾਰ ਆ, ਕਿਸਾਨ ਮਜ਼ਦੂਰ ਭਾਈਚਾਰਾ, ਇਹ ਉਹਨਾਂ ਦਾ ਉਹਦੇ ਉੱਤੇ ਹਮਲਾ ਆ, ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਸਾਡੇ ਜਿਹੜੇ ਆਪਸੀ ਭਾਈਚਾਰਾ ਤੋੜਨ ਦੀ ਇੱਕ ਸਾਜ਼ਿਸ਼ ਆ। ਪਹਿਲਾਂ ਵੀ ਇਦਾਂ ਦੀਆਂ ਮਤਲਬ ਬੇਤੁਕੀਆਂ ਗੱਲਾਂ ਇਹ ਕਰਦੇ ਰਹੇ ਆ, ਜਿਨ੍ਹਾਂ ਦਾ ਕੋਈ ਅਰਥ ਨਹੀਂ ਨਿਕਲਦਾ। ਸੋ ਅਰਥ ਇਹਦਾ ਵੀ ਕੋਈ ਨਹੀਂ ਨਿਕਲਣਾ। ਇਹ ਆਪਣੀ ਇੱਕ ਮਾਨਸਿਕਤਾ ਦਰਸਾ ਰਿਹਾ ਵੀ ਕਿ ਸਰਕਾਰ ਕਿਸ ਮਾਨਸਿਕਤਾ ਤੇ ਜੀ ਰਹੀ ਆ। ਜੇ ਸਰਕਾਰ ਕੋਲ 350 ਤੋਂ ਵੱਧ ਕਿਸਾਨ ਸ਼ਹੀਦ ਹੋਣ ਦਾ ਅਫਸੋਸ ਨਹੀਂ ਹੋ ਰਿਹਾ, ਤੇ ਉਹ ਇਦਾਂ ਦੀਆਂ ਕੁਝੀਆਂ ਗੱਲਾਂ ਕਰ ਰਹੀ, ਆਪਾਂ ਹੋਰਾਂ ਤੋਂ ਕੀ ਆਸ ਕਰ ਸਕਦੇ ਹਾਂ? ਬਿਲਕੁਲ, ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ ਰਾਕੇਸ਼ ਟਕੈਤ ਤੇ ਹਮਲਾ ਹੋਇਆ, ਉਸ ਦੀ ਨਿਖੇਧੀ ਜਿਹੜੀ ਹੈਗੀ ਆ, ਉਹ ਕਿਸਾਨ ਆਗੂ ਤਾਂ ਕਰ ਹੀ ਰਹੇ ਨੇ ਤੇ ਕਿਸਾਨ ਵੀ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਮਲੇ ਤੋਂ ਉਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸਾਨ ਨਿਰਾਸ਼ ਹੋ ਜਾਣਗੇ, ਡਰ ਜਾਣਗੇ ਜਾਂ ਵਾਪਸ ਚਲੇ ਜਾਣਗੇ, ਤਾਂ ਅਜਿਹਾ ਬਿਲਕੁਲ ਨਹੀਂ ਹੋਣਾ। ਤੇ ਨਾਲ ਹੀ ਉਹਨਾਂ ਉਸ ਚਿੱਠੀ ਦਾ ਵੀ ਜ਼ਿਕਰ ਕੀਤਾ ਜੋ ਕੇਂਦਰ ਨੇ ਪੰਜਾਬ ਸਰਕਾਰ ਨੂੰ ਲਿਖ ਕੇ ਕਿਹਾ ਕਿ ਮਜ਼ਦੂਰਾਂ ਨੂੰ ਨਸ਼ੇੜੀ ਬਣਾਇਆ ਜਾਂਦਾ ਹੈ, ਉਹਨਾਂ ਨੂੰ ਉਹਨਾਂ ਦੀ ਦਿਹਾੜੀ ਕੱਟ ਕੀਤੀ ਜਾਂਦੀ ਹੈ, ਦਿੱਤੀ ਜਾਂਦੀ ਹੈ। ਮਜ਼ਬੂਤ ਨੇ ਤੇ ਅੰਦੋਲਨ ਦਾ ਹਿੱਸਾ ਨੇ ਤੇ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਹਿ ਰਹੇ ਨੇ। ਬਸ ਹੁਣ ਵੇਖਣਾ ਹੋਏਗਾ ਕਿ ਉਹ ਸਮਾਂ ਕਦ ਆਏਗਾ ਜਦੋਂ ਉਹ ਕਾਲੇ ਕਾਨੂੰਨ ਵਾਪਸ ਹੋਣਗੇ, ਰੱਦ ਹੋਣਗੇ ਤੇ ਲੋਕਾਂ ਦੀ, ਕਿਸਾਨਾਂ ਦੀ ਜਿੱਤ ਹੋਏਗੀ। ਸਿੰਘੂ ਬਾਰਡਰ ਤੋਂ ਕੈਮਰਾਮੈਨ ਕਮਲ ਦੇ ਨਾਲ ਸੁੱਖਾ ਖੇੜੀਵਾਲਾ।